अवतार। परियो जाचक एक सरना, मिलै दान संतरेन। जेह लग भवजल तरना, बिनत करहो अरदास सुनहो जे ठाकुर भावै। देहो दरस मन चाओ, भगत एहो मन ठहरावै। बलियो चिराग अंधियार मह, सब कल उधरी एक नाम धर्म। प्रगट सगल हर भवन मह, जन नानक गुर पार ब्रह्म। बलियो चिराग अंधियार मह, सब कल उधरे एक नाम धर्म। प्रगट सगल हर भवन मह, जन नानक गुर पार ब्रह्म। सतगुरु गरीब नवाज सच्चे पातशाह ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਦੋਵੇਂ ਹੱਥ ਜੋੜੋ, ਪਿਆਰ ਸਤਿਕਾਰ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਤਨੇ ਬੈਠੇ ਆ ਨਾ ਸਾਧ ਸੰਗਤ ਜੀ, ਜਿਹੜਾ ਸਿੱਖ ਗੁਰੂ ਨੂੰ ਧੰਨ ਕਹਿ ਲੈਂਦਾ ਹੈ ਨਾ, ਉਹਨੂੰ ਕਿਸੇ ਹੋਰ ਨੂੰ ਜਮਾਂ ਨੂੰ ਧੰਨ ਕਹਿਣ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਬੇਨਤੀ ਹੈ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਭਾਈ ਸਾਹਿਬ ਜੀ ਕਹਿ ਰਹੇ ਸਨ ਵੀ ਲੇਟ ਕਰਤਾ। ਜਦੋਂ 14 ਕੁ ਸਾਲਾਂ ਦੀ ਉਮਰ 'ਚ ਕਥਾ ਆਰੰਭ ਕੀਤੀ ਸੀ ਨਾ, ਉਦੋਂ ਹੁੰਦਾ ਸੀ ਵੀ ਪੰਡਾਲ ਨੱਕੋ ਨੱਕ ਭਰਿਆ ਹੋਵੇ ਫਿਰ ਕਥਾ ਕਰਾਂ, ਵੀ ਜੋ ਯਾਦ ਕੀਤਾ ਉਹ ਸੁਣਾਵਾਂ। ਪਰ ਹੁਣ ਸਤਿਗੁਰੂ ਜੀ ਦੀ ਮਿਹਰ ਨਾਲ ਇਰਾਦਾ ਕੁਛ ਬਦਲ ਗਿਆ। ਹੁਣ ਇਹ ਹੈ ਵੀ ਰਾਤ ਦੇ 12 ਕੁ ਵਜੇ ਹੋਣ ਤੇ 2-3 ਜਣੇ ਹੋਣ, ਪਰ ਹੁਣ ਰਸੀਏ, ਹੁਣ ਸਰੋਤੇ, ਫਿਰ ਕਥਾ ਕਰੀਏ। ਕਿਉਂਕਿ ਮਹਾਂਪੁਰਖਾਂ ਦਾ ਬਚਨ ਸੁਣ ਲਿਆ ਵੀ ਸੰਗਤ 'ਚ 4 ਤਰ੍ਹਾਂ ਦੇ ਸਰੋਤੇ ਹੁੰਦੇ ਆ, ਸੂੰਘੇ ਡੂੰਘੇ ਉਂਘੇ ਚੂੰਘੇ। ਇਹ ਬੰਦਿਆਂ ਦੀਆਂ ਕਿਸਮਾਂ ਨੇ। ਕਹਿੰਦੇ ਜਦੋਂ 12 ਕੁ ਵਜੇ ਤੋਂ ਬਾਅਦ ਨਾ ਚੂੰਘੇ ਹੀ ਰਹਿੰਦੇ ਆ, ਰਸ ਮਾਨਣ ਵਾਲੇ ਰਹਿੰਦੇ ਆ। ਪਹਿਲਾਂ ਤੇ ਦੂਜੀ ਫੌਜ ਹੀ ਹੁੰਦੀ ਹੈ, ਗੱਫੇ ਪਾਣੀ ਵਾਲੀ, ਪ੍ਰਸ਼ਾਦੇ ਪਾਣੀ ਵਾਲੀ। ਪਹਿਲਾਂ ਇਹ ਫੌਜ ਹੁੰਦੀ ਹੈ। ਫਿਰ ਰਹਿ ਜਾਂਦੇ ਆ ਰਸਕ ਪੁਰਸ਼, ਰਸ ਲੈਣ ਵਾਲੇ। ਤੇ ਮਹਾਰਾਜ ਜੀ ਦੀ ਹਾਜ਼ਰੀ 'ਚ ਕਦੀ ਕੋਈ ਲੇਟ ਨਹੀਂ ਹੁੰਦਾ। ਇੱਥੇ ਕੋਈ ਜਿਹੜੇ ਵੇਲੇ ਵੀ ਆ ਜਾਵੇ ਉਦੋਂ ਹੀ ਬਖਸ਼ਿਸ਼ਾਂ ਮਿਲ ਜਾਣੀਆਂ ਨੇ। ਮਹਾਰਾਜ ਸਾਹਿਬ ਕਿਰਪਾ ਕਰਨ, ਕੁਝ ਸਮਾਂ ਵਿਚਾਰ ਕਰਕੇ ਖਿਮਾ ਮੰਗ ਲੈਣੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਇਕੱਲੇ ਕਰਨਾ, ਅਰਦਾਸ ਸੰਗਤ ਵਿੱਚ ਕਰਨੀ, ਤੇ ਅਰਦਾਸ ਕਿਸੇ ਮਹਾਂਪੁਰਖ ਦੇ ਆਖਿਆਂ ਕਰਨੀ, ਬੜਾ ਫਰਕ ਹੈ। ਇਹ ਅਰਦਾਸ ਸਮਾਗਮ ਹੈ। ਬਸ ਇਹੋ ਬੇਨਤੀ ਕਰਕੇ ਦਾਸ ਨੇ ਖਿਮਾ ਮੰਗਣੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਉਹ ਆਪ ਜੀ ਦੇ ਦਰਸ਼ਨ ਕਰਕੇ ਗਏ ਹਨ। ਅਰਦਾਸ ਇਕੱਲੇ ਕਰਨੀ, ਅਰਦਾਸ ਸੰਗਤ ਵਿੱਚ ਕਰਨੀ, ਤੇ ਅਰਦਾਸ ਕਿਸੇ ਗੁਰਮੁਖ ਦੇ ਆਖਿਆਂ ਕਰਨੀ, ਉਹਦੇ ਨਾਲ ਰਲ ਕੇ ਕਰਨੀ, ਬੜਾ ਫਰਕ ਹੈ।
ਸਤਿਗੁਰੂ ਗੁਰੂ ਨਾਨਕ ਸਾਹਿਬ ਬਗਦਾਦ ਗਏ। ਬਗਦਾਦ ਦੀ ਘਟਨਾ ਕਹਿ ਕੇ ਖਿਮਾ ਮੰਗ ਲੈਣੀ ਹੈ। ਤੁਸੀਂ ਇੱਕ ਕਹਾਵਤ ਸੁਣੀ ਹੋਏਗੀ ਵੀ 12ਵੀਂ ਸਾਲਨੀ ਤੇ ਰੂੜੀ ਦੀ ਵੀ ਸੁਣੀ ਗਈ ਸੀ। ਉਹ ਰੂੜੀ ਕੌਣ ਸੀਗੀ ਜਿਹਦੀ 12 ਸਾਲਾਂ ਬਾਅਦ ਸੁਣੀ ਗਈ? ਆਪਾਂ ਕਹਾਵਤ ਬਜ਼ੁਰਗਾਂ ਨੇ ਸੁਣੀ ਹੋਣੀ ਹੈ, 12ਵੀਂ ਸਾਲਨੀ ਤੇ ਰੂੜੀ ਦੀ ਵੀ ਸੁਣੀ ਗਈ, ਬੰਦਿਆ ਤੇਰੀ ਕਿਉਂ ਨਹੀਂ ਸੁਣੀ ਜਾਏਗੀ? ਇਹ ਕਹਾਵਤ ਸੀ। ਰੂੜੀ ਭਜਨ ਕਰਨ ਵਾਲੀ ਇਸਤਰੀ ਸੀ, ਨਾਮ ਜਪਣ ਵਾਲੀ ਇਸਤਰੀ ਸੀ। ਬਗਦਾਦ ਦੇ ਵਿੱਚ ਉਹ ਰਹਿੰਦੀ ਸੀ। ਉਹਦਾ ਨਿਯਮ ਸੀਗਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਪਹਿਲਾਂ ਦਾ ਉਹਦਾ ਜੀਵਨ ਜੋ ਗੁਰਮੁਖ ਪਿਆਰੇ ਦੱਸਦੇ ਆ, ਉਹਦਾ ਨਿਯਮ ਸੀਗਾ ਹਰ ਰੋਜ਼ ਦਰਿਆ ਦੇ ਕੰਢੇ ਤੇ ਉਹਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਹੁੰਦੀ ਸੀ, ਆਏ ਗਏ ਦੀ। ਬੜੇ ਚਿਰ ਤੋਂ ਨਿਯਮ ਸੀ ਤੇ ਹੱਥ 'ਚ ਤਸਬੀਹ ਫੜੀ ਹੁੰਦੀ ਸੀ। ਆਪਾਂ ਸਿੱਖ ਧਰਮ ਵਿੱਚ ਤੇ ਹਿੰਦੂ ਜਗਤ ਵਿੱਚ ਮਾਲਾ ਕਹਿੰਦੇ ਆ, ਮਾਲਾ ਦੇ 108 ਮਣਕੇ ਹੁੰਦੇ ਆ। ਮੁਸਲਮਾਨ ਧਰਮ 'ਚ ਤਸਬੀਹ ਹੁੰਦੀ ਹੈ, ਤਸਬੀਹ ਦੇ 101 ਮਣਕੇ ਹੁੰਦੇ ਆ। ਤਸਬੀਹ ਫੇਰਨੀ ਅੱਲਾਹੂ ਅੱਲਾਹੂ ਅੱਲਾਹੂ। ਉਹਦਾ ਨਿਯਮ ਸੀਗਾ, ਉਹਨੇ ਰੋਜ਼ ਸ਼ਾਮ ਨੂੰ ਲੰਗਰ ਲਾਉਣਾ। ਹਿੰਦੂ ਧਰਮ 'ਚ ਵੀ ਬੜੇ ਬੜੇ ਚੰਗੇ ਬੈਠੇ ਆ, ਮੁਸਲਮਾਨ ਧਰਮ 'ਚ ਵੀ ਬੜੇ ਬੜੇ ਚੰਗੇ ਬੈਠੇ ਆ। ਉਹਦਾ ਨੇਮ ਸੀ, ਨੇਮ ਉਹਨੇ ਬੜੀ ਲਗਨ ਨਾਲ ਨਿਭਾਉਣਾ। ਤੇ ਰੂੜੀ ਦੇ ਪੁੱਤ ਦਾ ਵਿਆਹ ਆ ਗਿਆ। ਰੂੜੀ ਨੇ ਆਖਿਆ ਮੈਂ ਵਿਆਹ ਤੇ ਨਹੀਂ ਜਾਣਾ, ਮੈਂ ਆਪਣਾ ਨੇਮ ਕਰਨਾ ਹੈ। ਵਿਰਲੇ ਹੀ ਕੋਈ ਸਾਧ ਸੰਗਤ ਦੀ ਐਸੀ ਰੂਹ ਹੋਏਗੀ ਜਿਹੜੀ ਨੇਮ ਕਰਕੇ ਪੁੱਤ ਦਾ ਵੀ ਵਿਆਹ ਛੱਡ ਦੇ। ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਨ ਦਾ ਦਾਸ ਨੂੰ ਮੌਕਾ ਮਿਲਿਆ, ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਮਹਾਂਪੁਰਖਾਂ ਦੇ ਜੀਵਨ 'ਚ ਦੇਖਿਆ। ਮਹਾਂਪੁਰਖਾਂ ਦੇ ਮਾਤਾ ਜੀ ਦਾ ਮ੍ਰਿਤਕ ਸਰੀਰ ਬਾਹਰ ਪਿਆ ਸੀ, ਸੰਸਕਾਰ ਬਾਅਦ ਵਿੱਚ ਕਰਾਂਗੇ, ਪਹਿਲਾਂ ਨਿਤਨੇਮ ਕਰ ਲਈਏ। ਕਹਿੰਦੇ ਪਹਿਲਾਂ ਨਿਤਨੇਮ। ਰੂੜੀ ਕਹਿੰਦੀ ਮੈਂ ਨੇਮ ਕਰਨਾ, ਪਹਿਲਾਂ ਨੇਮ ਨਾ ਛੁੱਟੇ ਤੇ ਜਾਓ ਵਿਆਹ ਕੇ ਲੈ ਆਓ। ਬੜਾ ਨਗਰ ਇਕੱਠਾ ਹੋ ਕੇ ਗਿਆ, ਪੁੱਤ ਚਲੇ ਗਿਆ, ਪਤੀ ਚਲੇ ਗਿਆ, ਸਾਰਾ ਪਰਿਵਾਰ ਗਿਆ, ਨਗਰ ਵਾਲੇ ਗਏ। ਜਦੋਂ ਸ਼ਾਮ ਨੂੰ ਪ੍ਰਸ਼ਾਦਾ ਬਣਾ ਕੇ ਬੈਠੀ ਸੀ ਵੀ ਬਰਾਤ ਵਾਪਸ ਆਉਣੀ ਹੈ, ਜਿਸ ਦਿਨ ਆਉਣੀ ਸੀ, ਜਦੋਂ ਬਰਾਤ ਸਾਧ ਸੰਗਤ ਜੀ ਵਾਪਸ ਆ ਰਹੀ ਸੀ, ਦਰਿਆ ਵਿੱਚ ਹੜ੍ਹ ਚੜਿਆ। ਬੇੜਾ ਜਿਤਨਾ ਸੀਗਾ ਨਾ, ਸਾਰੇ ਦਾ ਸਾਰਾ ਬੇੜਾ ਡੁੱਬ ਗਿਆ, ਕੋਈ ਨਹੀਂ ਲੱਭਾ। ਰੂੜੀ ਨੇ ਵਿਰਾਗ ਕੀਤਾ। ਪਰ ਜਿਹੜੇ ਰੱਬ ਦੇ ਬੰਦੇ ਹੁੰਦੇ ਆ ਨਾ, ਉਹ ਭਰੋਸੇ 'ਚ ਪੱਕੇ ਹੁੰਦੇ ਆ। ਦੂਜੀਆਂ ਬੀਬੀਆਂ ਮਹੱਲੇ ਦੀਆਂ, ਨਗਰ ਦੀਆਂ ਆ ਕੇ ਰੂੜੀ ਨੂੰ ਕਹਿੰਦੀਆਂ, ਨਹੀਂ ਚੰਗਾ ਤੇਰੇ ਪੁੱਤ ਦਾ ਵਿਆਹ ਸੀ, ਸਾਡਾ ਸਾਰਾ ਟੱਬਰ ਮਰਵਾਤਾ ਜਿਹੜੇ ਜਿਹੜੇ ਨਾਲ ਗਏ ਸਨ। ਤੇ ਪਿਆਰਿਓ, ਰੂੜੀ ਨੇ ਅੱਲਾ ਦੇ ਭਰੋਸੇ, ਰੱਬ ਦੇ ਭਰੋਸੇ ਕਹਿ ਦਿੱਤਾ। ਕਹਿਣ ਲੱਗੀ ਕੋਈ ਗੱਲ ਨਹੀਂ, ਮੇਰਾ ਖੁਦਾ ਕਿਰਪਾ ਕਰੇਗਾ, ਅੱਲਾਹ ਤਾਲਾ ਮਿਹਰ ਕਰੇਗਾ, ਸਾਰੇ ਦਾ ਸਾਰਾ ਬੇੜਾ ਵਾਪਸ ਆ ਜਾਏਗਾ। ਉਹ ਹੁਣ ਉਹ ਤੇ ਡੁੱਬਿਆ ਸੀ। 12 ਸਾਲ ਰੂੜੀ ਨੇ ਰੋਜ਼ ਪ੍ਰਸ਼ਾਦਾ ਬਣਾਉਣਾ, ਨੇਮ ਕਰਨਾ। 12 ਸਾਲ ਨਿਯਮ ਉਹਨੇ ਨਿਭਾਇਆ, ਰੋਜ਼ ਪ੍ਰਸ਼ਾਦਾ ਤਿਆਰ ਕਰਨਾ ਤੇ ਤਿਆਰ ਕਰਕੇ ਖਲੋ ਜਾਣਾ ਤੇ ਦੁਆ ਕਰਨੀ, ਹੈ ਅੱਲਾਹ ਤਾਲਾ ਮੇਰੇ ਸ਼ੌਹਰ ਨੂੰ, ਮੇਰੇ ਬੱਚੇ ਨੂੰ, ਮੇਰੀ ਨੂੰਹ ਨੂੰ, ਜਿਤਨੇ ਨਾਲ ਡੁੱਬੇ ਸਨ ਸਾਰਿਆਂ ਨੂੰ ਵਾਪਸ ਭੇਜ ਦੇ। 12 ਸਾਲ ਹੋ ਗਏ। ਉਧਰੋਂ ਬਗਦਾਦ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਪਹੁੰਚ ਗਏ ਤੇ ਮਹਾਰਾਜ ਕਬਰਸਤਾਨ 'ਚ ਕੀਰਤਨ ਕਰਿਆ ਕਰਨਾ। ਉਹ ਇੱਕ ਪੁਰਸ਼ ਨੇ ਆਖਿਆ, ਰੂੜੀ ਤੂੰ ਵੀ ਬੁੱਢੀ ਹੋ ਚੱਲੀ ਹੈ, ਕਿੰਨਾ ਕੁ ਚਿਰ ਲੱਗੀ ਰਹੇਂਗੀ? ਆ ਜਿਹੜੇ ਸਾਡੇ ਬਗਦਾਦ ਦੇ ਪਹੁੰਚ ਵਾਲੇ ਆ ਨਾ,
ਉਹ ਸਾਰੇ ਕਹਿੰਦੇ ਆ ਬਗਦਾਦ ਵਿੱਚ ਖੁਦ ਖੁਦਾ ਆਇਆ, ਪਰਮੇਸ਼ਰ ਆਇਆ, ਚੱਲ ਆ ਤੈਨੂੰ ਅੱਜ ਉਹਦੇ ਕੋਲ ਹੀ ਲੈ ਜਾਈਏ। ਪਿਆਰਿਓ, ਰੂੜੀ ਗਈ। ਜਦੋਂ ਰੂੜੀ ਗਈ, ਰੂੜੀ ਨੇ ਦੱਸਿਆ, ਮਹਾਰਾਜ 12 ਸਾਲ ਪਹਿਲਾਂ ਮੇਰਾ ਪੁੱਤ ਸਮੇਤ ਬਰਾਤ ਤੇ ਸਮੇਤ ਨਹੁੰ ਦੇ ਬੇੜੇ ਵਿੱਚ ਬੈਠੇ ਸਾਰੇ ਦਾ ਸਾਰਾ ਬੇੜਾ ਡੁੱਬ ਗਿਆ। ਮੈਨੂੰ ਅੱਲਾਹ ਤਾਲਾ ਤੇ ਭਰੋਸਾ ਹੈ, ਮੈਂ ਰੋਜ਼ ਦੁਆ ਕਰਦੀ ਹਾਂ ਇੱਕ ਨਾ ਇੱਕ ਦਿਨ ਬੇੜਾ ਬਾਹਰ ਆਏਗਾ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਮਹਾਰਾਜ ਕਹਿੰਦੇ ਤੂੰ ਰੋਜ਼ ਅਰਦਾਸ ਕਰਦੀ ਹੈ? ਕਹਿਣ ਲੱਗੀ ਹਾਂ ਮਹਾਰਾਜ ਮੈਂ ਰੋਜ਼ ਅਰਦਾਸ ਕਰਦੀ ਹਾਂ। ਸਤਿਗੁਰੂ ਕਹਿਣ ਲੱਗੇ ਅੱਛਾ ਚਲੋ ਦੁਆ ਸ਼ਬਦ ਵਰਤਦੇ ਸੀ, ਅਰਦਾਸ ਸਾਡੇ ਮੁਖ ਤੇ ਚੜਿਆ। ਉਹ ਕਹਿੰਦੀ ਮੈਂ ਰੋਜ਼ ਦੁਆ ਕਰਦੀ ਸੀ। ਮਹਾਰਾਜ ਕਹਿੰਦੇ ਰੂੜੀ ਅੱਲਾਹ ਭਲਾ ਕਰੇਗਾ, ਪਰਮੇਸ਼ਰ ਭਲਾ ਕਰੇਗਾ, ਅੱਜ ਪ੍ਰਸ਼ਾਦਾ ਬਣਾ ਤੇ ਪ੍ਰਸ਼ਾਦਾ ਬਣਾ ਕੇ ਜਿਸ ਸਮੇਂ ਰੋਜ਼ ਦੁਆ ਕਰਦੀ ਐ ਅੱਜ ਵੀ ਇੱਕ ਵਾਰੀ ਦੁਆ ਕਰਕੇ ਵੇਖ ਲਈ। ਦੁਆ ਤਾਂ 12 ਸਾਲ ਹੋ ਗਏ ਸੀ ਕਰ ਰਹੀ ਸੀ। ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਇਕੱਲੇ ਅਰਦਾਸ ਕਰਨ ਵਿੱਚ, ਸੰਗਤ ਦੇ ਵਿੱਚ ਅਰਦਾਸ ਕਰਨ ਵਿੱਚ, ਤੇ ਸਾਧ ਸੰਗਤ ਜੀ ਕਿਸੇ ਮਹਾਂਪੁਰਖ ਦੇ ਆਖਿਆਂ ਉਹਦੇ ਨਾਲ ਲੱਗ ਕੇ ਅਰਦਾਸ ਕਰਨ 'ਚ ਬੜਾ ਫਰਕ ਹੈ। ਉਹਨੇ ਸਤ ਬਚਨ ਕੀਤਾ, ਚਾਈ ਚਾਈ ਪ੍ਰਸ਼ਾਦਾ ਬਣਾਇਆ, ਮਨ 'ਚ ਭਰੋਸਾ ਸੀਗਾ। ਕਹਿੰਦੇ ਕਮਾਲ ਦੀ ਗੱਲ ਹੈ, 12 ਸਾਲ ਪਹਿਲਾਂ ਬੇੜੇ ਦਾ ਬੇੜਾ ਹੀ ਗਰਕ ਗਿਆ, ਉਹਨੂੰ ਫਿਰ ਭਰੋਸਾ ਹੈ। ਉਹਨੇ ਪ੍ਰਸ਼ਾਦਾ ਬਣਾ ਕੇ ਪਿਆਰਿਓ ਐਨ ਮੌਕੇ ਤੇ ਜਿਸ ਸਮੇਂ ਰੋਜ਼ ਅੱਲਾਹ ਤਾਲਾ ਅੱਗੇ ਦੁਆ ਕਰਦੀ ਸੀ, ਦੁਆ ਕੀਤੀ, ਹੇ ਅੱਲਾਹ ਤਾਲਾ ਕਿਰਪਾ ਕਰ ਮੇਰੇ ਬੱਚੇ ਦੀ ਬਰਾਤ ਸਮੇਤ ਨਹੁੰ ਦੇ ਵਾਪਸ ਆ ਜੇ। ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੇ। 12 ਸਾਲ ਪਹਿਲਾਂ ਜਿਹੜੇ ਡੁੱਬ ਕੇ ਮਰ ਗਏ ਸਨ, ਪਤਾ ਨਹੀਂ ਕਿਹੜੇ ਕਿਹੜੇ ਵਿੱਚ ਜੀਵ ਜੰਤੂ ਸਨ ਪਾਣੀ ਦੇ, ਜਿਹੜੇ ਖਾ ਗਏ ਹੋਣਗੇ ਸਰੀਰ ਉਹਨਾਂ ਦੇ। 12 ਸਾਲ ਪਹਿਲਾਂ ਜਿਹੜਾ ਬੇੜਾ ਡੁੱਬਿਆ ਸੀ, ਉਹ 12 ਸਾਲਾਂ ਬਾਅਦ ਸਾਧ ਸੰਗਤ ਜੀਆਂ ਦਰਿਆ ਦੇ ਉੱਤੇ ਆ ਗਿਆ ਜੀ। ਉਸੇ ਤਰ੍ਹਾਂ ਹੀ ਪੁੱਤ ਹੈ, ਉਸੇ ਤਰ੍ਹਾਂ ਹੀ ਸ਼ੌਹਰ ਹੈ, ਉਸੇ ਤਰ੍ਹਾਂ ਹੀ ਬਰਾਤੀ ਹੈ ਸਾਰੇ। ਇਹ ਹੈ ਵੀ 12-12 ਸਾਲ ਉਮਰ ਦਾ ਸਾਰਿਆਂ ਦਾ ਹੀ ਫਰਕ ਪੈ ਗਿਆ ਸੀ। ਉਹ ਕਹਾਵਤ ਬਣੀ ਹੈ ਵੀ 12 ਸਾਲਾਂ ਬਾਅਦ ਤੇ ਰੂੜੀ ਦੇ ਵੀ ਸੁਣੀ ਗਈ, ਬੰਦਿਆ ਤੇਰੀ ਕਿਉਂ ਨਹੀਂ ਸੁਣੀ ਜਾਏਗੀ, ਤੂੰ ਕਰ ਤੇ ਸਹੀ। ਪਰ ਗੱਲ ਇਹ ਹੈ ਵੀ 12 ਸਾਲ ਹੋ ਗਏ ਸਨ ਰੂੜੀ ਨੂੰ ਦੁਆ ਕਰਦਿਆਂ, ਬਾਤ ਉਦੋਂ ਬਣੀ ਜਦੋਂ ਕਾਮਲ ਮੁਰਸ਼ਿਦ ਮਿਲ ਗਿਆ ਜੀ, ਬਾਤ ਉਦੋਂ ਬਣੀ। ਤੇ ਇੱਕੋ ਬੇਨਤੀ ਕਰਕੇ ਖਿਮਾ ਮੰਗਾਂਗਾ, ਬੜਾ ਵਧੀਆ ਗੁਰਮੁਖਾਂ ਨੇ ਉਪਰਾਲਾ ਜਪ ਤਪ ਦਾ ਹਿੱਸਾ ਬਣ ਜਾਂਦਾ ਹੈ। ਪਾਠ ਸੰਗਤਾਂ ਕੀਤੇ, ਗੁਰ ਮੰਤਰ ਦਾ ਅਭਿਆਸ ਕੀਤਾ, ਮੂਲ ਮੰਤਰ ਜਪਿਆ, ਸੁਖਮਨੀ ਸਾਹਿਬ ਦਾ ਪਾਠ ਕੀਤੇ। ਜਦੋਂ ਸੰਗਤ ਵਿੱਚ ਲੇਖਾ ਹੋ ਜਾਵੇ ਨਾ, ਉਹਦਾ ਲਾਭ ਕੀ ਹੁੰਦਾ ਹੈ। ਬਾਬਾ ਠਾਕੁਰ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਵਾਲੇ, ਜਦੋਂ ਮਹਿਤੇ ਡੇਰੇ 'ਚ ਕਥਾ ਹੁੰਦੀ ਸੀ ਨਾ, ਤੇ ਬਾਬਾ ਜੀ ਰਾਉਂਡ ਲਾਉਂਦੇ ਹੁੰਦੇ ਸੀਗੇ ਆਪ। ਭਜੰਗੀਆਂ ਦੀ ਆਦਤ ਹੁੰਦੀ ਹੈ, ਉਹ ਲੁਕ ਛਿਪ ਕੇ ਬਹਿ ਜਾਂਦੇ ਸੀ। ਜਿਹੜੇ ਰਾਗੀ ਕਥਾ ਕੀਰਤਨ ਕਰਦੇ ਆ ਨਾ, ਉਹ ਕਥਾ ਨਹੀਂ ਸੁਣ ਸਕਦੇ। ਕਥਾ ਵਾਲਿਆਂ ਨੂੰ ਇਹ ਉਹਨਾਂ ਨੂੰ ਬਹੁਤ ਘੱਟ ਹੈ ਜਿਹੜੇ ਕੀਰਤਨ ਸੁਣ ਲੈਣ, ਤੇ ਪਾਠ ਤੇ ਉੱਕਾ ਹੀ ਨਹੀਂ ਨਾ ਸੁਣਦੇ, ਇੰਨੀਆਂ ਢਿਲਿਆਈਆਂ ਆਈਆਂ। ਉਹ ਬਾਬਾ ਜੀ ਹੋਣਾ ਨੇ ਰਾਉਂਡ ਦੇਣਾ ਸਾਰੇ ਡੇਰੇ 'ਚ, ਪੌੜੀਆਂ ਚੜ੍ਹਨੀਆਂ, ਆਪ ਬਜ਼ੁਰਗ ਸਰੀਰ ਸੀ। ਵੀ ਕਥਾ ਹੋ ਰਹੀ ਹੋਵੇ ਤੇ ਕੋਈ ਪ੍ਰੇਮੀ ਨਾ ਹੋਵੇ ਜਿਹੜਾ ਇੱਧਰ ਉੱਧਰ ਬੈਠਾ ਹੋਵੇ। ਇੱਕ ਕਮਰੇ 'ਚ 2 ਭਜੰਗੀ ਲੱਭ ਗਏ ਮਹਾਂਪੁਰਖਾਂ ਨੂੰ। ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ ਰਿਹਾ ਸੀ ਤੇ ਦੂਜਾ ਸੁਣ ਰਿਹਾ ਸੀ। ਉਹਨੇ ਜ਼ੁਬਾਨੀ ਪਾਠ ਯਾਦ ਕੀਤਾ ਸੀ। ਮਹਾਂਪੁਰਖ ਪਹੁੰਚ ਕੇ ਕਹਿੰਦੇ, ਉਹ ਭਜੰਗੀਓ ਇਹ ਕੀ ਕਰਦੇ ਹੋ, ਕਥਾ ਨਹੀਂ ਸੁਣਦੇ? ਕਹਿੰਦੇ ਮਹਾਂਪੁਰਖੋ ਆਹ ਸਿੰਘ ਨੇ ਨਾ ਜ਼ੁਬਾਨੀ ਸੁਖਮਨੀ ਸਾਹਿਬ ਦਾ ਪਾਠ ਯਾਦ ਕੀਤਾ, ਮੈਂ ਸੁਣ ਰਿਹਾ, ਕਿਤੇ ਕੋਈ ਗਲਤੀ ਹੋਵੇ ਤੇ ਦੱਸ ਦਿਆਂ। ਤੇ ਮਹਾਂਪੁਰਖਾਂ ਦਾ ਬਚਨ ਸੀਗਾ ਬਾਬਾ ਠਾਕੁਰ ਸਿੰਘ ਜੀ ਦਾ, ਕਹਿੰਦੇ ਭਜੰਗੀਓ ਸੁਣ ਲਓ,
ਕੱਲਿਆਂ ਜਿੰਨਾ ਮਰਜ਼ੀ ਜਪ ਤਪ ਕਰੀ ਜਾਵੋ, ਭਾਵੇਂ ਪਹਾੜ ਤੇ ਬਹਿ ਕੇ ਕਰ ਲਓ, ਜਦੋਂ ਸੰਗਤ ਹੋ ਰਹੀ ਹੋਵੇ ਸੰਗਤ ਦੀ ਬਰਾਬਰੀ ਤੁਸੀਂ ਕਦੀ ਨਹੀਂ ਕਰ ਸਕਦੇ। ਇਹ ਮਹਾਂਪੁਰਖਾਂ ਦਾ ਬਚਨ ਸੀ। ਤੁਸੀਂ ਸੰਗਤ ਦੀ ਬਰਾਬਰੀ ਨਹੀਂ ਕਰ ਸਕਦੇ। ਤੇ ਚਲੋ ਤੁਸੀਂ ਭਾਵਨਾ ਵਾਲੇ ਬੈਠੇ ਹੋ, ਮੈਂ 2 ਮਿੰਟਾਂ 'ਚ ਸਮਾਪਤੀ ਕਰਨ ਦਾ ਯਤਨ ਕਰਾਂਗਾ। ਵਸ਼ਿਸ਼ਟ ਜੀ ਹਿੰਦੂ ਧਰਮ ਦੇ ਸੰਤ ਹੋਏ, ਬ੍ਰਹਮ ਗਿਆਨੀ। ਸ਼੍ਰੀ ਰਾਮ ਜੀ ਨੇ ਜਿਨ੍ਹਾਂ ਦੇ ਕੋਲੋਂ ਵਿੱਦਿਆ ਪੜ੍ਹੀ ਸੀ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਾਰਿਆਂ ਦੇ ਨਾਮ ਆਉਂਦੇ ਆ, ਸਾਰਿਆਂ ਦੇ ਨਾਮ ਆਉਂਦੇ ਆ। ਤੇ ਜਿੰਨੇ ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਕਥਾ ਕਰਨੀ ਹੋਵੇ ਉਹਨੂੰ ਸਾਰਿਆਂ ਦਾ ਇਤਿਹਾਸ ਵੀ ਪੜ੍ਹਨਾ ਪਏਗਾ। ਵਸ਼ਿਸ਼ਟ ਜੀ ਤੇ ਵਿਸ਼ਵਾਮਿੱਤਰ ਜੀ ਦੋਵੇਂ ਬੁਲਾਰੇ ਸਨ। ਇਹ ਸੀ ਵੀ ਵਿਸ਼ਵਾਮਿੱਤਰ ਜੀ ਅਜੇ ਚੱਲ ਰਹੇ ਸਨ ਤੇ ਵਸ਼ਿਸ਼ਟ ਜੀ ਪਹੁੰਚੇ ਹੋਏ ਸਨ। ਕਥਾ ਕੀਤੀ ਵਿਸ਼ਵਾਮਿੱਤਰ ਜੀ ਨੇ ਵੀ ਜਪ ਤਪ ਦਾ ਬੜਾ ਵੱਡਾ ਫਲ ਹੈ, ਲਾਭ ਹੈ। ਤੇ ਵਸ਼ਿਸ਼ਟ ਜੀ ਨੇ ਆਖਿਆ ਵੀ ਸਤਸੰਗ ਦਾ ਬੜਾ ਵੱਡਾ ਲਾਭ ਹੈ, ਇਕੱਠੇ ਹੋ ਕੇ ਕਰਨ ਦਾ। ਉਹ ਗੱਲ ਬਹਿਸ ਬਸਾਈਏ ਤੱਕ ਪਹੁੰਚ ਗਈ। ਉਹ ਕਹਿਣ ਵਸ਼ਿਸ਼ਟ ਜੀ ਤੇ ਸ਼ਾਂਤ ਸਨ ਵੀ ਕੋਈ ਗੱਲ ਨਹੀਂ, ਪਰ ਵਿਸ਼ਵਾਮਿੱਤਰ ਕਹਿਣ ਵੀ ਜਪ ਤਪ ਇਕੱਲੇ ਬਹਿ ਕੇ ਜਿਹੜੇ ਮੰਤਰ ਸਾਧਣੇ ਇਹਦਾ ਜ਼ਿਆਦਾ ਫਲ ਹੈ। ਤੇ ਕਹਿਣ ਲੱਗੇ ਵੀ ਹੁਣ ਜਦੋਂ ਕੋਈ 2 ਛੋਟਿਆਂ 'ਚ ਲੜਾਈ ਝਗੜਾ ਹੋ ਜਾਏ ਵੀ ਵੱਡੇ ਕੋ ਜਾਈਦਾ ਫੈਸਲਾ ਕਰਾਉਣ। ਫੈਸਲਾ ਕਿਹੜੇ ਕੋ ਕਰਾਉਣਾ? ਕਹਿੰਦੇ ਬ੍ਰਹਮਾ ਜੀ ਕੋ ਤੁਰ ਗਈ। ਜਦੋਂ ਬ੍ਰਹਮਾ ਜੀ ਕੋ ਗਏ, ਉਹਨਾਂ ਕਿਹਾ ਵੀ ਦੋਵੇਂ ਸੰਤ ਨੇ, ਮਹਾਂਪੁਰਖ ਨੇ, ਇੱਕ ਨੂੰ ਤੇ ਗਲਤ ਕਹਿਣਾ ਪੈਣਾ। ਜਿਹਨੂੰ ਆਖਿਆ ਉਹਨੇ ਮੇਰਾ ਨਾ ਕਿਤੇ ਰਗੜਾ ਬੰਨ ਦੇਵੇ, ਮੈਨੂੰ ਨਾ ਕੁਛ ਆਖੇ। ਉਹ ਸਾਧ ਸੰਗਤ ਜੀ ਕਹਿਣ ਲੱਗੇ ਵੀ ਇਹਦਾ ਜਵਾਬ ਅੱਗੇ ਚੱਲੋ ਵਿਸ਼ਨੂੰ ਜੀ ਦੇਣਗੇ। ਵਿਸ਼ਨੂੰ ਜੀ ਸੋਚਣ ਲੱਗੇ ਵੀ ਬ੍ਰਹਮਾ ਜੀ ਨੇ ਆਪਣੇ ਗਲੋਂ ਲਾ ਕੇ ਮੇਰੇ ਗਲ 'ਚ ਪਾਤਾ। ਹੁਣ ਦੋਵੇਂ ਸਾਧੂ ਹੈ, ਕਿਹਨੂੰ ਸਹੀ ਆਖਾਂ ਕਿਹਨੂੰ ਗਲਤ। ਅੱਗੇ ਸ਼ੰਕਰ ਜੀ ਕੋ ਚਲੇ ਗਏ। ਜਦੋਂ ਉਹਨਾਂ ਕੋ ਚਲੇ ਗਏ, ਬੜੇ ਸਿਆਣੇ, ਕਹਿਣ ਲੱਗੇ ਇੰਜ ਨਹੀਂ ਜਵਾਬ ਦਿੱਤਾ ਜਾਣਾ, ਪ੍ਰੈਕਟੀਕਲ ਕਰਨਾ ਪੈਣਾ। ਪ੍ਰੈਕਟੀਕਲ ਕਰਾਵਾਂਗੇ ਫਿਰ ਜਵਾਬ ਦਿੱਤਾ ਜਾਏਗਾ। ਇੰਜ ਤਾਂ ਜਿਹਦੇ ਹੱਕ 'ਚ ਨਾ ਜਵਾਬ ਹੋਇਆ ਉਹ ਗੁੱਸਾ ਕਰੇਗਾ, ਕਰਦਾ ਵੀ ਹੈ। ਉਹ ਕਹਿੰਦੇ ਚਲੋ ਭਾਈ, ਪੁਰਾਤਨ ਸਮੇਂ ਦੀ ਇੱਕ ਮਾਨਤਾ ਸੀ, ਇਹਦੇ ਵਿੱਚ ਨਾ ਇੱਕ ਤੱਤ ਸੀਗਾ, ਉਹ ਸਿਧਾਂਤ ਸੀ, ਉਹਨੂੰ ਸਮਝਣਾ ਪੈਂਦਾ ਹੈ। ਉਹ ਪੁਰਾਤਨ ਸਮੇਂ ਦੀ ਮਾਨਤਾ ਸੀ ਵੀ ਸ਼ੇਸ਼ ਨਾਗ ਹਰ ਰੋਜ਼ ਪਰਮੇਸ਼ਰ ਦੇ 1000 ਨਾਮ ਨਵੇਂ ਲੈਂਦਾ ਹੈ, ਨਵੇਂ। ਹੁਣ ਆਪਾਂ ਤੇ ਗੁਰਬਾਣੀ 'ਚ ਗੋਬਿੰਦ, ਗੋਪਾਲ, ਬੀਠਲ, ਵਾਹਿਗੁਰੂ, ਸ਼੍ਰੀ ਰਾਮ ਨਾਮਾ ਉਚਰ ਮਨਾ, ਸਾਰੇ ਵਾਹਿਗੁਰੂ ਦੇ ਨਾਮ ਨੇ। ਪਰ ਉਹ ਕਹਿੰਦੇ ਨਿਤ ਨਵੇਂ 1000 ਨਾਮ ਲੈਂਦਾ ਸੀ। ਸ਼ੰਕਰ ਜੀ ਕਹਿਣ ਲੱਗੇ ਵੀ ਚਲੋ ਆਪਾਂ ਸਾਰੇ ਹੀ ਸ਼ੇਸ਼ਨਾਗ ਕੋ ਚੱਲਦੇ ਹਾਂ। ਸ਼ੇਸ਼ਨਾਗ ਕਹਿਣ ਲੱਗਾ ਜਵਾਬ ਤੇ ਮੈਂ ਦਿਆਂਗਾ, ਪਰ ਜੇ ਮੈਂ ਚੁੱਪ ਹੋ ਗਿਆ ਨਾ ਤੇ ਧਰਤੀ ਡੋਲਣੀ ਸ਼ੁਰੂ ਹੋ ਜਾਣੀ ਹੈ। ਇਹਦਾ ਭਾਵ ਇਹ ਹੈ ਵੀ ਧਰਤੀ ਨਾਮ ਦੇ ਆਸਰੇ ਟਿਕੀ ਹੈ। ਉਹ ਨਾਮ ਜੋ ਲੈਂਦੇ ਆ ਨਿਤ ਨਵੇਂ। ਕਹਿੰਦੇ ਇੰਜ ਕਰੋ, ਤੁਹਾਡੇ ਚੋਂ ਕੋਈ ਆਪਣਾ ਜਪ ਤਪ ਦੇ ਦੇਵੇ, ਜਪ ਤਪ ਦੇ ਦੇਵੇ ਤੇ ਫਿਰ ਮੈਂ ਪੂਰਾ ਖੋਲ ਕੇ ਤੁਹਾਨੂੰ ਦੱਸ ਸਕਦਾ, ਕਥਾ ਲੰਬੀ ਕਰ ਸਕਦਾ ਵੀ ਸਤਸੰਗ ਵੱਡਾ ਹੈ ਕਿ ਇਕੱਲੇ ਬਹਿ ਕੇ ਜਪ ਤਪ ਕਰਨਾ ਵੱਡਾ। ਤੇ ਪਹਿਲਾਂ ਵਾਰੀ ਆਈ ਵਿਸ਼ਵਾਮਿੱਤਰ ਜੀ ਦੀ। ਵਿਸ਼ਵਾਮਿੱਤਰ ਕਹਿੰਦੇ ਤੈਨੂੰ ਮੈਂ 100 ਜਨਮਾਂ ਦਾ ਜਪ ਤਪ ਦਿੱਤਾ, ਜਵਾਬ ਦੇ। ਉਹ ਬੋਲਣ ਲੱਗੇ, ਧਰਤੀ ਡੋਲਣੀ ਸ਼ੁਰੂ ਹੋ ਗਈ। ਕਹਿੰਦੇ ਇੰਜ ਨਹੀਂ ਗੱਲ ਬਣਨੀ। ਕਹਿੰਦੇ ਚੱਲ ਤੈਨੂੰ ਮੈਂ 1000 ਜਨਮਾਂ ਦਾ ਫਲ ਦਿੱਤਾ ਜਪ ਤਪ ਦਾ, ਮੇਰੇ 1000 ਜਨਮਾਂ ਦੀ ਬੰਦਗੀ ਸਾਰੀ ਤੈਨੂੰ ਦਿੱਤੀ, ਜਵਾਬ ਦੇ। ਫਿਰ ਧਰਤੀ ਡੋਲੀ। ਜਦੋਂ ਬੋਲਣ ਧਰਤੀ ਡੋਲੇ। ਕਹਿੰਦੇ 10,000 ਸਾਲ ਦਾ ਤੈਨੂੰ ਜਨਮਾਂ ਦਾ ਮੈਂ ਦੇ ਦੇਣਾ, 10,000 ਜਨਮਾਂ ਦੀ ਭਗਤੀ ਦਾ ਫਲ ਤੈਨੂੰ ਦੇਣਾ। ਸਾਡਾ ਸ਼ੰਕਾ ਹੱਲ ਕਰ ਦੇ। ਸ਼ੰਕਾ ਪੈ ਜੇ, ਸ਼ੰਕਾ ਅੱਗੇ ਨਹੀਂ ਤੁਰਨ ਦਿੰਦਾ ਖਾਲਸਾ ਜੀ। ਗੱਲ ਕੀ ਬਣ ਗਈ? ਧਰਤੀ ਡੋਲੀ ਜਾਵੇ ਤੇ ਵਿਸ਼ਵਾਮਿੱਤਰ ਜੀ ਦਾ ਖਾਨਾ ਖਾਲੀ ਹੋ ਗਿਆ। ਉਹ ਕਹਿੰਦੇ ਮੈਂ ਤੇ ਸਾਰਾ ਹੀ ਤੈਨੂੰ ਦੇ ਦਿੱਤਾ। ਫਿਰ ਗੱਲ ਵਸ਼ਿਸ਼ਟ ਜੀ ਤੇ ਆ ਗਈ। ਵਸ਼ਿਸ਼ਟ ਜੀ ਕਹਿੰਦੇ ਤੂੰ
फैसला दे दे, मैं एक घड़ी सतसंग दा फल तेनों देना। एक घड़ी मैं भाई साहब नूं पुछया, मैनू सी शायद 48 हुंदे आ, भुलेखा सीगा, मैं कहा पुछ लईए। एक घड़ी 24 मिनटां दी हुंदी खालसा जी। कहंदे मैं 24 मिनटां दा सतसंग जिहड़ा कीता संगत विच बैठ के, वो मैं फल तेनू देना है। साध संगत जी, जदों एक घड़ी सतसंग दा फल मिलिया, उसे समय धरती टिक गई। बस तीनों देवते कहन लगे इहो ही फल है, तेरे 10,000 जन्म किन्ने लख साल ही बन जाते हैं। उन्हां दा जिहड़ा फल है वो एक पासे, संगत करन दा जिहड़ा फल है वो एक घड़ी एक पासे है। किन्ना वड्डा फल है, किन्ना वड्डा। आ सत श्री अकाल आख्या, मान लो असी 700 शरीर भी बैठे हैं ना, 700 जणियां दा सत श्री अकाल दा फल कल्ले कल्ले दे झोली विच पै गया। उंज कह के वेखो, हाँ सत श्री अकाल, सत श्री अकाल, सत श्री अकाल, सत श्री अकाल, किड्डा लंबा चक्कर है। संगत को गुण बहुत अधिकाई। किसी ने लख मूल मंत्र किया, किसी ने 2.5 लाख मूल मंत्र किया। जदों सांझी अरदास हो गई, मान लो अरब मूल मंत्र हो गया ना, कल्ले कल्ले दी झोली च अरब मूल मंत्र दा फल पै जाना। संगत दा एडा वड्डा लाभ है, इन्ना वड्डा फल है। सो महाराज सच्चे पातशाह किरपा करन। बाबा ज्वाला सिंह जी हरखोवाल वाले महापुरखों कोल ना एक सिंह रहिंदा हुंदा सी, वो नाम जपणिया करे। महापुरख कहण चल सेवा कर। वो कहंदा महाराज मेरा नाम जपण नूं जी करदा, तुसीं सेवा च ही लाई रखदे हो। कहंदे तैनूं आखिया ना सेवा करी चल। वो एक दिन खैड़े पै गया। कहंदे सुन ला बिहाल सिया, सारी उम्र तू जप तप करदा रहे ते जरूरी नहीं तेरी सचखंड विच हाजरी लगे, जरूरी नहीं है। उत्थे बेअंती गा रहे है, इहो जिहियां धरतियां पता नहीं किन्नियां क ने, किन्नियां क धरतियां ते समागम हुंदे। कहंदे बहाल सिया सारी उम्र लगा रहे, जरूरी नहीं है सचखंड च हाजरी लगे। चुप करके सेवा करी चल, इक्को बारी वाहिगुरू बुला के सचखंड च हाजरी लगा देवांगे। कहंदे इक्को बारी नानक गुरमुख नाम जपीए एक बार। सो संगत दा बड़ा बड़ा लाभ है। महाराज किरपा करन, संगतां ने रल मिल के जप तप कीता, सांझी अरदास होनी है। जिहदी नहीं भी हाजरी सचखंड तक पहुंचनी, उहदी पहुंच जानी है। एकता विच बल हुंदा है। महाराज सच्चे पातशाह किरपा करन। सारे गुरमुखां नूं बहुत बहुत वधाई। महाराज सच्चे पातशाह रंग लाई रखन, भाग लाई रखन। इसे तरह उद्यम उपराला बख्शिश करते रहन। सत्कारयोग भाई साहब जी, भाई गुरकपाल सिंह जी, सारे सहयोगी सज्जन, भाई सुखविंदर सिंह होना हुक्म लाया सीगा। सारियां दा धन्नवाद। गज के फतेह बुलाओ जी। वाहिगुरू जी का खालसा, वाहिगुरू जी की फतेह।